الحمدللہ نحمدہ ونستعینہ ونستغفرہ ونؤمن بہ ونتوکل علیہ ونعوذ باللہ من شرور انفسنا ومن سیئات اعمالنا من یہدہ اللہ فلا مضل لہ ومن یضللہ فلا ہادی لہ واشہد ان لا الہ الا اللہ وحدہ لا شریک لہ واشہد ان محمدا عبدہ ورسولہ اما بعد فإن خیر الحدیث کتاب اللہ وخیر الہدی ہدی محمد صلی اللہ علیہ وآلہ وسلم وشر الامور محدثاتها وکل محدثۃ بدعہ کل بدعۃ ضلالہ وکل ضلالۃ فی النار اللہم صلی علی محمد وعلی آل محمد کما صلیت علی ابراہیم وعلی آل ابراہیم انکا حمید مجید اللہم بارک علی محمد وعلی آل محمد کما بارکت علی ابراہیم وعلی آل ابراہیم انکا حمید مجید اما بعد فاعوذ باللہ من الشیطان الرجیم بسم اللہ الرحمن الرحیم الم تر کیف فعل ربک باصحاب الفیل الم یجعل کیدہم فی تضلیل وارسل علیہم طیرا ابابیل ترمیہم بحجارۃ من سجیل فجعلہم کعصف مأکول۔ تمام تعریفاں دے لائق اللہ وحدہ لا شریک دی ذات ہے جو تمام مخلوقات دا خالق ہے، تمام مخلوقات دا رازق ہے، اپنی تمام مخلوقات دی ہر ضرورت نو او پوری کرن والا ہے۔ اس دے نال کوئی او دا شریک نہیں، او دا سانجی نہیں، کوئی او دے نال او دا مشاورتی نہیں، کوئی انہوں صلاح گیر نہیں، کوئی او دا وزیر خاص نہیں۔ اللہ تبارک و تعالی دی مختصر حمد و ثنا تو بعد لا تعداد بے شمار درود و سلام آخر الزمان پیغمبر احمد مجتبیٰ محمد مصطفیٰ صلی اللہ علیہ وآلہ وسلم دی ذات مقدس تے جس بابرکت و مقدس ہستی دے ذریعے اللہ تبارک و تعالی نے اپنا پیغام ساڈے تک پہنچایا۔ میرے دوستو، میں قرآن کریم دی جڑی سورت پڑھی ہے اس دے بچ ذکر کیتا جاندہ ہے نبی علیہ الصلوۃ والسلام دی پیدائش تو کم و پیش 2 مہینے دا پہلے دا واقعہ ہے کہ ابرہا جڑا او اس خانے کعبے نو ٹھون آیا سی تو اوتھے پھر او دے اتے اللہ تبارک و تعالیٰ نے اپنے پرندے بھیجے۔ میں مختصر یہ بیان کرنا چاہنا ہے کہ ابرہا کون سی۔ اس نے اس نو ٹھون دا ارادہ کیوں کیتا، او دے پچھے کی سپر پاوراں سیگیاں جنہ دی انہوں حمایت بھی حاصل سی۔ اتھوں گل میں شروع کردا ہاں کہ ربیعت بن نصر جس ویلے فوت ہویا تے اس تو بعد ابو کرب تبان اسد جیدہ قرآن کریم دے وچ بھی اللہ تبارک و تعالیٰ نے تذکرہ کیتا او بادشاہ یمن دا بنیا۔
ਯਮਨ ਦਾ ਬਾਦਸ਼ਾਹ ਬਣਿਆ ਤੇ ਇੱਥੋਂ ਦੀ ਉਹਦਾ ਗੁਜ਼ਰ ਜਿਹੜਾ ਮਦੀਨੇ ਥਾਣੀ ਹੋਇਆ। ਅਗਾਂ ਨੂੰ ਕਿਤੇ ਜਾਣ ਲੱਗਾ ਆਪਣੇ ਮੁਖਤਸਰ ਦੇ ਕਾਫਲੇ ਦੇ ਨਾਲ। ਉਹਨੂੰ ਮਦੀਨੇ ਦਾ ਇਲਾਕਾ, ਮਦੀਨੇ ਦੀ ਸਰਜ਼ਮੀਨ, ਮਦੀਨੇ ਦਾ ਥਾਂ ਸੋਹਣਾ ਲੱਗਾ। ਜਦੋਂ ਉਹਨੂੰ ਇਹ ਥਾਂ ਸੋਹਣਾ ਲੱਗਾ ਤੇ ਆਪਣੇ ਇੱਕ ਪੁੱਤ ਨੂੰ ਉਹ ਇੱਥੇ ਛੱਡ ਗਿਆ। ਉਹਨਾਂ ਕਿਹਾ ਤੂੰ ਇੱਥੇ ਰਹੋ, ਮੈਂ ਜਾਣਾ ਅੱਗੋਂ ਹੋ ਕੇ ਆਉਂਦਿਆਂ ਮੈਂ ਪੁੱਤ ਤੈਨੂੰ ਜਾਂਦਿਆਂ ਨਾਲ ਲੈ ਜਾਵਾਂਗਾ। ਹੋਇਆ ਪਿੱਛੋਂ ਕੀ ਕਿ ਜਿਹਨੂੰ ਉਹ ਛੱਡ ਕੇ ਗਿਆ ਉਹ ਇੱਕ ਖਜੂਰ ਦੇ ਉੱਤੋਂ ਖਜੂਰਾਂ ਲਾਉਣ ਲੱਗਾ, ਖਜੂਰ ਤੋਂ ਖਜੂਰਾਂ ਤੋੜਨ ਲੱਗਾ। ਕਿਸੇ ਦੀਆਂ ਆਮਰ ਨਾਮੀ ਆਦਮੀ ਸੀਗਾ, ਉਹਨੇ ਉਹਨੂੰ ਕਤਲ ਕਰ ਦਿੱਤਾ। ਜਿਸ ਵੇਲੇ ਉਹ ਮੁੜ ਕੇ ਆਇਆ ਉਹਨੇ ਵੇਖਿਆ ਕਿ ਇਹਨਾਂ ਮਦੀਨੇ ਵਾਲਿਆਂ ਨੇ ਮੇਰੇ ਪੁੱਤਰ ਨੂੰ ਕਤਲ ਕਰ ਦਿੱਤਾ। ਉਹਨੇ ਇਰਾਦਾ ਕਰ ਲਿਆ ਕਿ ਮੈਂ ਮਦੀਨੇ ਦਾ ਕੋਈ ਬੰਦਾ ਛੱਡਣਾ ਹੀ ਨਹੀਂ। ਮਦੀਨੇ ਵਾਲੇ ਵੀ ਅੱਗੋਂ ਲੜਨ ਨੂੰ ਤਿਆਰ ਹੋ ਪਏ, ਬਲਕਿ ਲੜ ਪਏ। ਬਨੂ ਕੁਰੈਜ਼ਾ ਤੇ ਬਨੂ ਨਸੀਰ ਕਬੀਲੇ ਦੇ ਲੋਕਾਂ ਦੇ ਦੋ ਆਲਮ ਆਏ ਤੇ ਉਹਨਾਂ ਨੇ ਆਣ ਕੇ ਇਹਨਾਂ ਨੂੰ ਹਟਾਇਆ। ਤੇ ਲੜਦੇ ਇੱਦਾਂ ਸੀਗੇ, ਮਦੀਨੇ ਦੇ ਲੋਕ ਏਡੇ ਚੰਗੇ ਸੀ, ਦਿਨੇ ਲੜਦੇ ਸੀ ਤੇ ਰਾਤ ਨੂੰ ਮਦੀਨੇ ਦੇ ਲੋਕ ਉਹਦੀ ਦਾਵਤ ਕਰਦੇ ਸੀ ਵੀ ਖਾਣਾ ਤੂੰ ਸਾਡੇ ਕੋਲੋਂ ਖਾਣਾ। ਸਾਰਾ ਦਿਨ ਉਹਦੇ ਨਾਲ ਲੜਦੇ ਸੀ। ਕਹਿੰਦੇ ਤੂੰ ਮੁਸਾਫਰ ਹੈ ਤੇ ਅਸੀਂ ਤੇਰੀ ਮਹਿਮਾਨ ਨਵਾਜ਼ੀ ਕਰਨੀ ਹੈ, ਅੰਦਾਜ਼ਾ ਤੇ ਕਰੋ ਯਾਰ। ਬਾਤ ਕਿਤਨੀ ਖਾਸ ਹੈ ਕਿ ਸਾਰੀ ਦਿਹਾੜੀ ਤਲਵਾਰਾਂ ਨਾਲ ਉਹਦੇ ਨਾਲ ਲੜਦੇ ਆ, ਉਹਦੇ ਕੋਲੋਂ ਕਤਲ ਹੁੰਦੇ ਆ, ਨਾਲੇ ਕਰਦੇ ਆ। ਔਰ ਰਾਤ ਨੂੰ ਉਹਨੂੰ ਕਹਿੰਦੇ ਖਾਣਾ ਤੂੰ ਸਾਡੇ ਕੋਲੋਂ ਖਾਣਾ ਇਸ ਵਾਸਤੇ ਕਿ ਤੂੰ ਸਫ਼ਰ 'ਤੇ ਹੈ, ਅਸਾਂ ਤੇਰੀ ਦਾਵਤ ਕਰਨੀ ਹੈ। ਉਹ ਸੋਚੀ ਪੈ ਗਿਆ। ਉਹਨਾਂ ਆਖਿਆ ਯਾਰ ਜਿੱਦਣ ਦੂਸਰੇ ਦਿਨ ਕੀਤੀ ਉਹਨਾਂ ਆਖਿਆ ਯਾਰ ਇਹ ਕੈਸੇ ਇਨਸਾਨ ਹੈ, ਮੈਂ ਇਹਨਾਂ ਨਾਲ ਲੜਦਾ, ਇਹ ਮੈਨੂੰ ਅੱਗੋਂ ਖਾਣਾ ਦਿੰਦੇ ਆ। ਦੁਸ਼ਮਣ ਨਾਲ ਵੀ ਸਲੂਕ, ਜੇ ਕਿਤੇ ਉਹ ਕਹਿੰਦੇ ਨਾ ਮੈਂ ਹੁਣ ਤੇਰੇ ਘਰ ਆਏ ਨੂੰ ਕੁਛ ਨਹੀਂ ਕਹਿੰਦਾ, ਹੁਣ ਅਸੀਂ ਘਰ ਆਏ ਦੀ ਖੱਲ ਚੰਗੀ ਲਾਉਂਦੇ, ਰੱਬੋਂ ਜੋ ਸਾਡੇ ਹੁਣ ਕਾਬੂ ਆਇਆ ਹੈ। ਇਹ ਸਾਡੀ ਆ ਮੁਸਲਮਾਨੀ। ਉਹ ਅਜੇ ਮੁਸਲਮਾਨ ਨਹੀਂ ਹੈਗੇ ਆ। ਦੋ ਆਲਮ ਆਏ, ਉਹਨਾਂ ਨੇ ਆਖਿਆ ਬਾਦਸ਼ਾਹ ਇਹਨਾਂ ਦੇ ਨਾਲ ਨਾ ਲੜ, ਅਸੀਂ ਤੈਨੂੰ ਦੱਸਦੇ ਹਾਂ, ਨਾ ਇਹਨਾਂ ਨੂੰ ਮਾਰਨ ਦਾ ਇਰਾਦਾ ਕਰ। ਇਹ ਜਿਹੜੀ ਜਗ੍ਹਾ ਹੈ, ਇਹ ਜਿਹੜਾ ਸ਼ਹਿਰ ਹੈ, ਤੈਨੂੰ ਇਸ ਵਾਸਤੇ ਇਹ ਸ਼ਹਿਰ ਸੋਹਣਾ ਲੱਗਾ ਕਿ ਇੱਕ ਆਖਰੀ ਨਬੀ ਨੇ ਜਿਹੜਾ ਕਰੈਸ਼ ਕਬੀਲੇ 'ਚੋਂ ਹੋਣਾ, ਉਹਦੀ ਇਹ ਹਿਜਰਤ ਗਾਹ ਹੈ, ਉਹਨੇ ਇੱਥੇ ਆ ਕੇ ਰਹਿਣਾ ਹੈ। ਉਹਨੂੰ ਉਹਨਾਂ ਨੇ ਆਪਣੇ ਦਲਾਇਲ ਨਾਲ, ਮੈਂ ਮੁਖਤਸਰ ਗੱਲ ਕੀਤੀ, ਆਪਣੇ ਦਲਾਇਲ ਨਾਲ ਜਿਸ ਵੇਲੇ ਉਹਨੂੰ ਸਮਝਾਇਆ ਤੇ ਬੰਦੇ ਨੂੰ ਸਮਝ ਆ ਜਾਂਦੀ ਹੈ। ਬੰਦਾ ਗੌਰ ਕਰੇ ਤੇ ਹੋਵੇ ਬੰਦਾ, ਤੇ ਬੰਦੇ ਦਾ ਪੁੱਤ ਹੋਵੇ। ਉਹ ਨਾ ਹੋਵੇ ਵੀ ਉਹਦੇ ਮੋਢੇ ਤੇ ਸ਼ੈਤਾਨ ਹੋਵੇ ਤੇ ਜਾਂ ਉਹ ਖੁਦ ਹੀ ਸ਼ੈਤਾਨ ਹੋਵੇ। ਸ਼ੈਤਾਨ ਵੀ ਤਾਂ ਇਨਸਾਨਾਂ 'ਚੋਂ ਹੀ ਆ ਨਾ। ਹਾਂ, ਫਿਰ ਉਹਨੂੰ ਸਮਝ ਆ ਜਾਏ, ਉਹਨੂੰ ਸਮਝ ਆ ਗਈ। ਉਹਨਾਂ ਆਖਿਆ ਚਲੋ ਠੀਕ ਹੈ, ਮੈਂ ਹੁਣ ਇਹਨਾਂ ਨੂੰ ਕੁਛ ਨਹੀਂ ਕਹਿੰਦਾ। ਉਹ ਉੱਥੋਂ ਉੱਠਿਆ ਤੇ ਪਿਛਾ ਨੂੰ ਜਿਸ ਵੇਲੇ ਯਮਨ ਨੂੰ ਜਾਣ ਲੱਗਾ, ਰਾਹ ਦੇ ਵਿੱਚ ਮੱਕਾ ਆਉਂਦਾ ਸੀ, ਮੱਕੇ ਤਾਣੀ ਲੰਘ ਕੇ ਜਾਣਾ ਸੀ। ਤੇ ਇਸ ਗੱਲ ਦੀ ਪਹਿਲੇ ਜਿਹੜੀ ਅਫਵਾਹ ਹੈ ਮਦੀਨੇ ਵਾਲਿਆਂ ਨਾਲ ਲੜਾਈ ਬਾਹਰ ਲੋਕਾਂ ਨੂੰ ਲੱਗ ਗਈ ਸੀ। ਹੁਜ਼ੈਲ ਕਬੀਲਾ ਜਿਹੜਾ ਮਦੀਨੇ ਤੋਂ ਦੂਸਰੀ ਜਿਹੜੀ ਉਹਨੂੰ ਮੰਜ਼ਲ ਕਹਿੰਦੇ ਸੀ, ਪਹਿਲੀ ਮੰਜ਼ਲ ਬਨੂ ਫਾਤਮਾ ਸੀ, ਵਾਦੀਏ ਫਾਤਮਾ, ਤੇ ਦੂਸਰੀ ਮੰਜ਼ਲ ਗਸਾਨ ਸੀ। ਜਦੋਂ ਮਦੀਨਿਓਂ ਮੱਕੇ ਨੂੰ ਜਾਂਦੇ ਸੀ ਲੋਕ ਮੁਸਾਫਰ ਊਠਾਂ 'ਤੇ, ਉੱਥੇ ਹੁਜ਼ੈਲ ਕਬੀਲੇ ਦੇ ਬੰਦੇ ਟੱਕਰੇ। ਉਹ ਕਹਿਣ ਲੱਗੇ ਬਾਦਸ਼ਾਹ ਉਰੇ ਆ, ਤੈਨੂੰ ਅੱਜ ਅਸੀਂ ਇੱਕ ਨਾ ਖਜ਼ਾਨਾ ਦੱਸੀਏ। ਅੱਜ ਤੱਕ ਬਾਦਸ਼ਾਹ ਬੜੇ ਹੋਏ ਆ, ਉਹਨਾਂ ਨੂੰ ਉਸ ਖਜ਼ਾਨੇ ਦਾ ਪਤਾ ਨਹੀਂ ਲੱਗਾ, ਤੇ ਤੈਨੂੰ ਅਸੀਂ ਨਾ ਖਜ਼ਾਨਾ ਦੱਸ ਦਿੰਦੇ। ਉਹ ਕਹਿੰਦਾ ਬਸ ਦੱਸ। ਉੱਥੇ ਉਹਨਾਂ ਕਿਹਾ ਹੀਰੇ ਵੀ ਬੜੇ, ਜਵਾਹਰਾਤ ਵੀ ਬੜੇ, ਬਹੁਤ ਕੁਛ ਹੈ। ਜਿਹੜਾ ਖਾਨਾ ਕਾਬਾ ਜਿਹਨੂੰ ਕਹਿੰਦੇ ਹੈ ਨਾ, ਤੇ ਮਸਜਿਦ ਅਲ ਹਰਾਮ ਜਿਹਨੂੰ ਕਹਿੰਦੇ, ਲੋਕ ਉਹਨਾਂ ਦੀ ਪੂਜਾ ਕਰਦੇ। ਮੈਂ ਤੁਹਾਨੂੰ ਦੱਸਣ ਬਦਲੇ ਇਹ ਲਫ਼ਜ਼ ਉਹਨਾਂ ਨੇ ਲਫ਼ਜ਼ ਹੋਰ ਵਰਤੇ ਸੀ, ਮੈਂ ਤੁਹਾਨੂੰ ਸਮਝਾਉਣ ਲਈ ਲਫ਼ਜ਼ ਕਹਿਣਾ ਆਪਣੇ। ਉਹ ਜਿਹੜਾ ਥਾਂ ਉਹਦੇ ਥੱਲੇ ਇੱਕ ਖਜ਼ਾਨਾ ਹੈ। ਉਹ ਅਗਰ ਤੂੰ ਪੱਟ ਕੇ ਢਾਹ ਕੇ ਥੱਲੇ ਖਜ਼ਾਨਾ ਕੱਢ ਲੈ ਤੇ ਇੰਨਾ ਮਾਲੋ ਦੌਲਤ ਹੈ। ਉਹਨਾਂ ਆਖਿਆ ਚਲੋ ਇਹ ਤਾਂ ਕੰਮ ਹੀ ਸਿੱਧਾ ਹੋ ਗਿਆ। ਜਿਸ ਵੇਲੇ ਗਾਹ ਤੁਰੇ ਤੇ ਦੋਨੋਂ ਆਲਮਾਂ ਨੇ ਉਹਨੂੰ ਕਹਿਣ ਲੱਗੇ ਬਾਦਸ਼ਾਹ, ਇਹ ਜਿਹੜੇ ਬੰਦਿਆਂ ਨੇ ਤੈਨੂੰ ਇਹ ਗੱਲ ਕਹੀ ਹੈ ਨਾ, ਇਹ ਤੈਨੂੰ ਅਸਲ ਮਰਵਾਉਣਾ ਚਾਹੁੰਦੇ ਆ। ਉਹਨਾਂ ਨੇ ਸੋਚਿਆ ਵੀ ਇਹ ਸੀ ਵੀ ਇਹਦਾ ਇਲਾਜ ਇਹ ਹੈ ਵੀ ਇਹਨੂੰ ਇੱਥੇ ਲਾਉਨੇ ਆ, ਜਦੋਂ ਇੱਥੇ ਲੱਗਣਗੇ ਤਾਂ ਸਾਡੇ ਤੋਂ ਇਹ ਕੰਮ ਭਾਰਾ। ਆਪੇ ਜਿਹਦਾ ਘਰ ਹੈ, ਰੱਬ ਦਾ ਘਰ ਹੈ ਨਾ, ਇੱਕੋ ਹੀ ਘਰ ਤੇ ਰੱਬ ਦਾ ਦੁਨੀਆ ਤੇ ਇੱਕੋ ਹੀ ਘਰ। ਆਏ ਹਾਏ, ਜਿਹਨੂੰ ਰੱਬ ਨੇ ਆਪਣਾ ਘਰ ਕਿਹਾ ਬੈਤੁੱਲਾ, ਅੱਲਾ ਦਾ ਘਰ।
आपे जेले इनू हथ लाऊगा आपे ही तो तबाह हो जाऊगा। उन्हें आख्या बादशाह इन्हां लोगों ने तैनू मरवाउण दा प्रोग्राम सोचिया, तू इन्हों कुछ नहीं कहना, ये तो एक अल्लाह का घर है। हज़रत इब्राहिम अलैहिस्सलाम ने साडे बाप ने इनू बनाया सी अल्लाह के हुक्म के नाल। वो इन्हां दी परस्तिश करते हैं, वो इत्थे तवाफ करते हैं, वो आ कुछ करते, जो कुछ करते सारा कुछ उन्हां आलमां ने बयान किया। ते अगाड़ियों तबान असद पुछण लगा भी तुसी फिर क्यों नहीं करते। उन्हें कहा असीं इस वास्ते नहीं करते कि वो लोग मुशरक है, उन्होंने उत्थे बुत नसब किए है। ये यहूदियों की बात है, बात गौर ना सुननी तां समझ आनी है। जे तुसी अपनी सोची पै गए ना तुहानू गल दी कख पता नहीं लगना। मुड़ के जान लग्या इहो गल ते एक दूए पुछनी भी वो फलाने वेले की गल होई सी, तां पता लगना है। हालांकि दोनों यहूदी है लेकिन आलम है, वो उस दीन के उत्ते कायम है अजे तक जिहड़ा दीन मूसा अलैहिस्सलाम ते नाज़िल होया सी। वो उतों वो ना उन्होंने मन घड़त दीन नहीं सी अजे विच बसाया, अजे वो खालस दीन ते अला लिल्लाह दीनुल खालिस। रब भी कहता कि खबरदार रहो, अला खबरदार रहो, मेरे दीन नूं खालिस रखियो, इहदे विच मिलावट ना करियो। अल्लाह अकबर, उन्हें खालिस दीन रखे। वो गाड़ियों पूछण लगा फिर तुसी क्यों नहीं करते। उन्हें आख्या असीं इस वास्ते नहीं करते कि उत्थे इन्हां ने बुत नसब कीते है, ये बुतां दी पूजा करते हैं, उस घर दे आलत वाले बुत, उस घर दे विच बुत इन्हां ने नसब कीते है, उन्हां दा उत्थे कब्जा है, इस वास्ते असीं वो घर नूं नहीं जांदे। उन्हें आख्या ठीक। वो उन्हां दी गल उन्हां आलमां ने ऐसा उन्होंने ये समझाया कि उहदी अकल कम कर गई कि ये जिहड़े बंदे है ना ये इन्हां दे कोल इल्म है और ये एक नबी नूं मन्नण वाले है, इस वास्ते इन्हां नूं आउण वालियां गल्लां दा तो सारियां दा पता है। वो इस गल नूं मन गया, उन्हें जाके खाने काबे दा तवाफ किया, तवाफ करके सारा काम करके ते 6 दिन उत्थे रहा ते उत्थे ऊठ भी ज़िबा करदा रहा ते उन्हां नूं खाना भी खिलाउंदा रहा ते रात नूं सुत्ता पिया। चंद दिन का मुसलमान है वो मुसलमान। हुण तुसीं ये गल कहनी लै वो यहूदियां दा हर नबी नूं मन्नण वाला जिहड़ा भी होया वो मुसलमान होया। हर नबी दे उत्ते जिहड़ा दीन है वो दीन इस्लाम कहलाया। इस वास्ते दीन इस्लाम कहिंदे सी कि इधर सलामती है, जिहड़ा इस दीन च आ गया अल्लाह दे दीन च वो सलामत रहा, वो बच गया। इस वास्ते उन्होंने दीन इस्लाम कहिंदे सी। उन्हें करके उन रात नूं सुता, हुण उन्होंने ख्वाब आई, अजे चंद दिन का उन्हें इस्लाम कबूल किया लेकिन किया दिलों, उस दीन नूं कबूल किया जिहड़ा यहूदियां ने दीन उन्होंने दसिया भी तौरात ते यह दीन है साडे ते साडे नबी ने ते नाज़िल होया, उस दीन नूं उन्हें कबूल किया खालस दीन नूं। उन्होंने ख्वाब आई भी इस घर दे उत्ते ना एक गिलाफ पा, खाने काबे दे उत्ते गिलाफ पाउण वाला पहला बंदा है तुबान असद, जिन गिलाफ पाया। उन्हें सवेर नूं उठिया, उन्हें आख्या लै ना कपड़ा लियाओ फलाना लियाओ, वो पाउंदियां उन्होंने 2 दिन लग गए, 6 दिन उत्ते दे ही रहा। उन्हें कपड़ा सवाया तो वो उत्ते गिलाफ पाया तो रात नूं सुता तो उन्होंने फिर खा पाई भी गिलाफ तू पाया पर हल्का पाया, हल्के कपड़े का पाया। उन्हें यमन का जिहड़ा सब तो कीमती कपड़ा तो सोहना कपड़ा सी, मुड़ के उन्हें उहदा गिलाफ पाया। तो जिन्ने हज़ैल कबीले के बंदे सी ना उन्होंने उन्हें सद्या बहाने दे नाल आओ भी मैं तुहाडी दावत करनी। जिन्हां ने मशवरा दिता सी कि इनू ढा दे, उन्होंने उन्हें सद के ते जिहड़ा उन्हां दे हथ कट दिते, इन्हें दोनों हाथ उन्हां सारियां बंदियां। लिहाजा इन्ना काम करके वो पिछा नूं जिस वेले यमन गया तो यमन के लोग कहन लगे भी तू इत्थे साडे यमन च नहीं वड़ना। वो बई की गल होई है? उत्थे भी एक बहुत बड़ा बुत सी, बुत्तां दी पूजा वो भी करते सी, अग की पूजा वो भी लोग करते सी। उन्हें आख्या भी क्यों नहीं वड़ना? उन्हें आख्या भई तू ये दीन छड्ड गया साडा, सानू पता लगा तू तो दीन ही होर एक मन लिया। उन्हें आख्या भी चलो आप इंज गल करदे लड़िए ना आपस विच, अब आपको बह के फैसला कर लेने। उस जमाने च उस थां दे उत्ते एक अग निकलती हुंदी सी, जिवें ना
ਇਹ ਤੁਸੀਂ ਸੁਣੀ ਗੱਲ ਹੈਗੀ ਅੱਗੇ ਮੇਰੇ ਕੋਲੋਂ ਵੀ ਤੇ ਕਈਆਂ ਹੋਰਾਂ ਮੌਲਵੀਆਂ ਕੋਲੋਂ ਵੀ ਵੀ ਜਦੋਂ ਦਰਿਆ ਨੀਲ ਸੁੱਕ ਜਾਂਦਾ ਤੇ ਜਾ ਕੇ ਕੁੜੀ ਜਿਵਾ ਕਰਦੇ ਸੀ ਵਿੱਚ ਛਾਜਾ ਛੱਡ ਦਿੰਦੇ ਸੀ ਤੇ ਦਰਿਆ ਵਗ ਪੈਂਦਾ ਸੀ। ਰੱਬ ਵੀ ਜਿਹੋ ਜਿਹੇ ਬੰਦੇ ਹੁੰਦੇ ਨਾ, ਰੱਬ ਵੀ ਫਿਰ ਉਂਝ ਦੇ ਨਾਲ ਕਰਨਾ ਸ਼ੁਰੂ ਕਰਦਾ। ਕੰਮ ਰੱਬ ਦਾ ਹੀ ਹੁੰਦਾ ਹੈ, ਲੇਕਿਨ ਉਹ ਬੰਦੇ ਕਹਿੰਦੇ ਵੀ ਨਹੀਂ ਇਹ ਕੰਮ ਫਲਾਨਾ ਕਰਦਾ, ਲੈ ਕਰਨ ਵਾਲਾ ਰੱਬ ਹੀ ਹੁੰਦਾ ਹੈ। ਉੱਥੇ ਨਾ ਇੱਕ ਅੱਗ ਦੋ ਪਹਾੜਾਂ ਦੇ ਦਰਮਿਆਨ ਚੋਂ ਨਿਕਲਦੀ ਸੀ। ਜਿਹੜੇ ਦੋ ਅਫਰੀਕਾ ਦੇ ਮਾਬੈਨ ਝਗੜਾ ਹੁੰਦਾ ਸੀ ਨਾ, ਉਹ ਉੱਥੇ ਜਾ ਕੇ ਨਾ ਤੇ ਚੌਧਰੀ ਬਣ ਕੇ ਪਰਿਆ ਬਣ ਕੇ ਬਹਿ ਜਾਂਦੇ ਸੀ। ਲਓ ਵੀ ਆ ਜਾਓ ਵੀ ਸਾਡਾ ਨਾ, ਹੁਣ ਉਹਨੂੰ ਕਹਿੰਦੇ ਸੀ ਸਾਲਸੀ, ਸਾਲਸ ਮੁਕਰਰ ਕਰੀਦਾ ਨਾ ਵੀ ਸਾਡਾ ਫੈਸਲਾ ਕਰ ਦੇ। ਉਹ ਅੱਗ ਨੂੰ ਕਹਿੰਦੇ ਹੁੰਦੇ ਸੀ ਵੀ ਸਾਲਸੀ ਅੱਗ। ਉੱਥੇ ਚੱਲ ਕੇ ਬਹਿ ਜਾਂਦੇ ਆ ਤੇ ਜੇ ਉਹ ਫੈਸਲਾ ਸਾਲਸੀ ਅੱਗ ਕਰਦਾ ਉਹ ਫੈਸਲਾ ਸਾਨੂੰ ਮਨਜ਼ੂਰ ਹੈ। ਤੇ ਉਧਰੋਂ ਜਿਹੜੇ ਆਲਮ ਸੀ ਉਹਨਾਂ ਨੇ ਕੰਨ 'ਚ ਫੂਕ ਮਾਰੀ, ਉਹਨਾਂ ਕਿਹਾ ਚੌਧਰੀ ਫਿਕਰ ਹੀ ਨਾ ਕਰ ਤੂੰ ਚੱਲ ਬਈ। ਚਲੋ ਜੀ ਉਹ ਵੀ ਆ ਗਏ ਜਿਹੜੇ ਉਹਨਾਂ ਦੇ ਚੰਗੇ ਚੰਗੇ ਇਹ ਬੁੱਤ ਪ੍ਰਸਤ ਸੀਗੇ, ਲੈ ਕੇ ਉਹ ਨਾਲ ਆਪਣੇ ਬੁੱਤਾਂ ਨੂੰ, ਤੇ ਜਿਹਦੀ ਚੀਜ਼ ਦੀ ਵੀ ਉਹ ਪੂਜਾ ਕਰਦੇ ਸੀ ਨਾ, ਉਹ ਜੇ ਕੋਈ ਸੋਟੇ ਦੀ ਪੂਜਾ ਕਰਦਾ ਸੀ ਉਹ ਸੋਟਾ ਹੀ ਨਾਲ ਲੈ ਆਇਆ ਬਈ ਇਹ ਸਾਡੀ ਇਮਦਾਦ ਕਰੂਗਾ। ਆਏ ਹਾਏ, ਇੱਕ ਹੀ ਤੇ ਭੁਲੇਖਾ ਮਾਰ ਗਿਆ ਮੁਸ਼ਰਕ ਨੂੰ। ਸਾਰਾ ਕੁਝ ਲੈ ਕੇ ਨਾਲ ਹੀ ਤੇ ਆਣ ਕੇ ਜੋ ਜਮਨ ਦਾ ਮੁਸ਼ਰਕ ਸੀ ਉਹ ਤੇ ਬਹਿ ਗਿਆ। ਇਧਰੋਂ ਇਹ ਵੀ ਬਹਿ ਗਏ ਤੇ ਹੁਣ ਬਾਦਸ਼ਾਹ ਨੂੰ ਮੱਠਾ ਨਾ ਪਸੀਨਾ ਆਵੇ, ਭਾਵੇਂ ਚੰਦ ਦਿਨ ਦਾ ਮੁਸਲਮਾਨ ਸੀ ਉਹ, ਲੇਕਿਨ ਯਹੂਦੀ ਆਲਮ ਉਹਨੂੰ ਕਹਿੰਦੇ ਸੀ ਵੀ ਤੂੰ ਬਾਦਸ਼ਾਹ ਫਿਕਰ ਨਹੀਂ ਕਰਨਾ, ਅਸੀਂ ਇੱਕ ਅੱਲਾ ਦਾ ਦੀਨ ਮੰਨਣ ਵਾਲੇ ਆ। ਉਹ ਇਹ ਜਿੰਨੇ ਹੈਗੇ ਸਾਰੇ ਹੀ ਮਨ ਘੜਤ ਤੇ ਆਪਣਾ ਬਣਾਇਆ ਦੀਨ ਮੰਨਣ ਵਾਲੇ ਆ, ਤੇ ਹਰ ਸ਼ੈ ਦੇ ਉੱਤੇ ਕੰਟਰੋਲ ਸਾਡੇ ਅੱਲਾ ਦਾ ਹੈ। ਇਹ ਅੱਗ ਸਾਨੂੰ ਕੀ ਕਰ ਸਕਦੀ ਹੈ। ਉਹ ਵੀ ਬਹਿ ਗਏ ਇੰਤਜ਼ਾਰ 'ਚ। ਲਓ ਜੀ ਇੱਕ ਬੰਦਾ ਜਿਹੜਾ ਉਹਨਾਂ ਨੇ ਮੁਕਰਰ ਕੀਤਾ ਸੀ, ਉਹਨੇ ਆਖਿਆ ਲੈ ਵੀ ਅੱਗੇ ਹੁਣ ਤੂੰ ਆ ਜਾ, ਅਸੀਂ ਬਿਲਕੁਲ ਤਿਆਰ ਹੈ, ਤਾਂ ਸਾਡਾ ਫੈਸਲਾ ਕਰ। ਆਹ ਜਿਹੜੀ ਪਾਰਟੀ ਆ ਇਹ ਗੱਲ ਕਹਿੰਦੀ ਹੈ ਕਿ ਆ ਜਿੰਨੇ ਵੀ ਬੁੱਤ ਹੈ ਸਾਰੇ ਹੀ ਫਾਇਦੇ ਦੇ ਵੀ ਮਾਲਕ ਹੈ, ਨਫੇ ਦੇ ਵੀ ਮਾਲਕ ਹੈ, ਨੁਕਸਾਨ ਦੇ ਵੀ ਮਾਲਕ ਹੈ। ਆਹ ਬੰਦੇ ਕਹਿੰਦੇ ਆ ਵੀ ਇਕੱਲਾ ਹੀ ਅੱਲਾ ਹੈ। ਨਾ ਕਿਹਾ ਚਲੋ ਠੀਕ ਹੈ। ਅੱਗ ਨਿਕਲੀ ਪਾਂਬੜ ਮਾਰਦੀ। ਹੁਣ ਬਾਤਲ ਜਿਹੜੇ ਆ ਉਹ ਥੋੜ੍ਹੇ ਜਿਹੇ ਤਬਕੇ, ਉਹ ਬਾਤਲ ਫਿਰ ਤਬਕਿਆ ਥੋੜ੍ਹਾ ਜਿਹਾ, ਤਬਕੇ ਤੇ ਲੱਗੇ ਨੱਸਣ। ਉਹ ਅੱਗ ਵੱਲ ਵੇਖ ਕੇ ਹੁਣ ਖਲੋਤ ਨਹੀਂ ਨਾ ਹੁੰਦਾ, ਕਿਉਂ ਜੀ? ਤੇ ਉਧਰ ਹੁਣ ਮੱਥੇ ਤੇ ਪਸੀਨਾ ਵੀ ਨਹੀਂ ਆਇਆ ਵੀ ਭੋਰਾ ਤੇਲੀ ਆ ਜਾਏ, ਉਹ ਬਲਕਿ ਮੁਸਕਰਾਏ। ਹਾਏ ਹਾਏ, ਲਫ਼ਜ਼ ਇਹ ਜਿਤਨੀ ਬਾਤ ਮੈਂ ਕੀਤੀ ਹੈ ਸੀਰਤ ਇਬਨੇ ਹਸ਼ਾਮ ਦੀ ਹੈ। ਉਹ ਮੁਸਕਰਾਏ, ਉਹ ਨੱਸਣ ਲੱਗੇ ਨਾ ਬੁੱਤਾਂ ਨੂੰ ਵੀ ਛੱਡ ਕੇ, ਤੇ ਅੱਗ ਉਹਨਾਂ ਨੂੰ ਪੈ ਗਈ। ਉਹਨਾਂ ਆਖਿਆ ਜਾਣਾ ਕਿੱਥੇ ਹੈ? ਉਹ ਪੇੜ ਅੱਲਾ ਵਾਲਿਆਂ ਨਾਲ ਲਾ ਕੇ, ਹਾਂ ਉਹ ਪੇੜ ਅੱਲਾ ਵਾਲਿਆਂ ਨਾਲ ਲਾ ਕੇ, ਰੱਬ ਨੇ ਕਿਹਾ ਪੇੜ ਲਾ ਕੇ ਅੱਲਾ ਵਾਲਿਆਂ ਨਾਲ, ਤੇ ਨੱਸਣ ਕਿੱਥੇ ਲੱਗੇ? ਉਹ ਇੱਕ ਵੀ ਜੀ ਉਥੋਂ ਜਾਣ ਨਹੀਂ ਦਿੱਤਾ ਅੱਗ ਨੇ। ਸਾਰੇ ਲੂ ਕੇ ਤੇ ਕੋਲਾ ਕਰ ਦਿੱਤੇ। ਸਾਰੇ ਬੰਦਿਆਂ ਨੇ, ਯਮਨ ਦੇ ਜਿੰਨੇ ਬਾਕੀ ਬੰਦੇ ਜਿੰਨੇ ਵੇਖਣ ਵਾਲੇ ਸੀ ਸਾਰੇ ਦੇ ਸਾਰੇ ਯਹੂਦੀ ਹੋ ਗਏ। ਹਾਲਾਂ ਇਹ ਮਸਲਕ ਉੱਥੇ ਨਹੀਂ ਸੀਗਾ। ਮੁਖਤਸਰ ਬਾਤ, ਜਦੋਂ ਤਬਾਨ ਅਸਦ ਮਰਿਆ, ਫੌਤ ਹੋ ਗਿਆ, ਇਸ ਤੋਂ ਬਾਅਦ ਉਹਦਾ ਬੇਟਾ ਹਸਾਨ ਉਹ ਬਾਦਸ਼ਾਹ ਬਣਿਆ। ਹਸਾਨ ਜਿਹੜਾ ਅਜੇ ਲੜਨ ਨੂੰ ਅਰਬਾਂ ਦੇ ਨਾਲ ਤਿਆਰ ਹੀ ਹੋਇਆ ਵੀ ਮੈਂ ਇਹਨਾਂ ਅਰਬਾਂ ਨਾਲ ਲੜਨਾ ਹੈ, ਕਿਉਂਕਿ ਨਵਾਂ ਖੂਨ ਸੀਗਾ, ਜਵਾਨ ਉਮਰ ਸੀਗੀ। ਉਹਦਾ ਫਿਰ ਦਿਲ ਕੀਤਾ, ਜਵਾਨੀ 'ਚ ਬੰਦੇ ਨੂੰ ਰੱਬ ਵੀ ਯਾਦ ਨਹੀਂ ਹੁੰਦਾ। ਇਹ ਪੱਕੀ ਪੀੜੀ ਗੱਲ ਹੈ, ਭੁੱਲਣ ਵਾਲੀ ਗੱਲ ਹੀ। ਜਦੋਂ ਹੱਡੀਆਂ ਸਾਥ ਦਿੰਦੀਆਂ, ਦੇਣਾ ਛੱਡ ਦਿੰਦੀਆਂ ਨਾ, ਫਿਰ ਉਹਨੂੰ ਰੱਬ ਯਾਦ ਆਉਂਦਾ। ਜਵਾਨੀ 'ਚ ਉਹ ਕਹਿੰਦਾ ਹਰ ਸ਼ੈ ਮੇਰੀ ਆਪਣੀ ਜ਼ਾਤੀ ਪਾਵਰ ਹੈ। ਫਿਰ ਉਹਨੂੰ ਬੰਦਾ ਵੀ ਨਹੀਂ, ਇਹ ਪਾਵਰ ਉਹਦੀ ਸੀ ਜਿਹਨੇ ਹੁਣ ਮੇਰੇ ਕੋਲ ਇਹ ਖੋਹ ਲਈ ਹੈ, ਪਿਛਾਂ ਲੈ ਗਿਆ। ਲੜਨ ਲੱਗਾ, ਰਾਹ ਦੇ ਵਿੱਚ ਅਜੇ ਥੋੜਾ ਹੀ ਪੈਂਡਾ ਕੀਤਾ ਤਾਂ ਉਹਦੇ ਸਾਥੀ ਕਹਿਣ ਲੱਗੇ ਵੀ ਇਹ ਕੰਮ ਆਪਾਂ ਨਹੀਂ ਕਰਨਾ। ਉਹ ਕਹਿੰਦਾ ਕਰਨਾ। ਕੁਛ ਵਿੱਚੋਂ ਜੋ ਚਾਰ ਚੰਗੇ ਬੰਦੇ ਉੱਠੇ, ਉਹਨਾਂ ਨੇ ਨਾ ਉਹਦੇ ਭਰਾ ਜਿਹੜਾ ਬਨੂ ਆਮਰ ਸੀ ਉਹਨੂੰ ਮਸ਼ਵਰਾ ਦਿੱਤਾ। ਉਹਨਾਂ ਆਖਿਆ ਲੈ ਵੇ ਤੂੰ ਇਹਨੂੰ ਨਾ ਕਤਲ ਕਰ ਦੇ, ਉਂਝ ਖਲੋਂਦਾ ਕੋਈ ਨਹੀਂ ਤਾਂ ਅਸੀਂ ਤੈਨੂੰ ਬਾਦਸ਼ਾਹ ਬਣਾ ਲੈਨੇ, ਤੂੰ ਚੰਗਾ ਹੀ ਬੜਾ ਹੈ ਤੇ ਐ ਭੈੜਾ ਹੀ ਬੜਾ। ਉਹਨੇ ਉਹਨੂੰ ਕਤਲ ਕਰਨ ਦਾ ਪੂਰਾ ਮਨਸੂਬਾ ਬਣਾ ਲਿਆ। ਲੇਕਿਨ ਇੱਕ ਆਦਮੀ ਜ਼ੂਰੋ ਐਨ, ਉਹਦਾ ਨਾਂ ਹੈ ਜ਼ੂਰੋ ਐਨ, ਉਹਨੇ ਉਹਨੂੰ ਆਖਿਆ ਵੀ ਬਾਦਸ਼ਾਹ ਪੁੱਤ ਗੱਲ ਸੁਣੋ, ਬਾਦਸ਼ਾਹ ਨਾਲੇ ਤੂੰ ਬਾਦਸ਼ਾਹ ਵੀ ਹੈ ਨਾਲੇ ਸਾਡੇ ਪੁੱਤਾਂ ਵਰਗਾ ਵੀ ਹੈ, ਮੈਂ ਤੈਨੂੰ ਮਸ਼ਵਰਾ ਦਿੰਦਾ ਕਿ ਤੂੰ ਆਪਣੇ ਭਰਾਵਾਂ ਨੂੰ ਕਤਲ ਨਹੀਂ ਕਰੀ, ਆਪਣੇ ਭਰਾਵਾਂ ਨੂੰ ਕਤਲ ਨਹੀਂ ਕਰੀਦਾ, ਫਿਰ ਨਾ ਹੱਕ ਨਹੀਂ ਕਰੀਦਾ। ਹੁਣ ਇੱਥੇ ਇਦਾਂ ਹੀ ਹੁੰਦੀ ਹੈ।
ਭਰਾ ਆ ਬਾਹਰੋਂ ਮਾਲੂਮ ਹੋਇਆ ਦੂਜੇ ਭਰਾ ਨੂੰ ਵੀ ਇਹਦੇ ਕੋਲ ਤਾਂ ਰੁਪਈਏ ਹੀ ਬੜੇ ਆ, ਬੜੇ ਨੋਟ ਆ, ਮਗਰ ਵਿਚਾਰਾ ਭੁੱਖਾ ਮਰਦਾ ਸੀ। ਉਹਨੂੰ ਮਿਹਨਤ ਕਰ ਕਰ ਕਮਾਏ। ਰਾਤ ਨੂੰ 2 ਨਾਲ ਡਾਕੂਆਂ ਨੂੰ ਇਕੱਠੇ ਕੀਤਾ। ਉਹਨਾਂ ਆਖਿਆ ਆਹ ਡਾਕੇ ਦਾ ਬਹਾਨਾ ਬਣਾ ਕੇ ਇਹਨੂੰ ਤਾਂ ਪਹਿਲੇ ਲੁੱਟੀਏ, ਇਹਨੂੰ ਤਾਂ ਖਾਈਏ, ਉਹਨੂੰ ਤਾਂ ਨਾਲ ਹੀ ਉਹਨੂੰ ਮਾਰ ਦਿੱਤਾ, ਨਾਲ ਹੀ ਉਹਦਾ ਮਾਲ ਲੁੱਟ ਲਿਆ। ਉਹਨਾਂ ਆਖਿਆ ਭਰਾਵਾਂ ਨੂੰ ਨਾਹਕ ਕਤਲ ਨਹੀਂ ਕਰੀਦਾ, ਲੇਕਿਨ ਉਹਨੇ ਨਾ ਮੰਨੀ। ਉਹਨੇ ਇੱਕ ਰੁੱਕਾ ਲਿਖਿਆ। ਉਹਨਾਂ ਆਖਿਆ ਲੈ ਰੁੱਕਾ, ਇਹਨੂੰ ਹੁਣ ਤੂੰ ਨਾ ਸੰਭਾਲ ਕੇ ਰੱਖੀ ਆਪਣੇ ਐਸ ਪਰਸ ਦੇ ਵਿੱਚ ਜਿੱਥੇ ਤੂੰ ਆਪਣੀਆਂ ਕੀਮਤੀ ਚੀਜ਼ਾਂ ਰੱਖਦਾ, ਰੁੱਕਾ ਰੱਖੀ। ਰੁੱਕਾ ਰੱਖਿਆ। ਉਹਨੇ ਉਹਨੂੰ ਹਸਾਨ ਨੂੰ ਕਤਲ ਕਰ ਦਿੱਤਾ। ਹਸਾਨ ਨੂੰ ਕਤਲ ਕਰਕੇ ਜਿਹੜੇ ਜਬਰ ਨੂੰ ਆਇਆ ਉਹਨੂੰ ਨੀਂਦ ਨਾ ਆਵੇ। ਤੁਸੀਂ ਮੇਰੀ ਗੱਲ ਸੁਣਦੇ ਕਿ ਸੋਚੀ ਪੈ ਗਏ ਹੋ? ਅੱਲਾਹੁ ਅਕਬਰ। ਜਿਸ ਵੇਲੇ ਯਮਨ ਨੂੰ ਮੁੜ ਕੇ ਆਇਆ ਤੇ ਉਹਨੂੰ ਨੀਂਦ ਨਾ ਆਵੇ। ਉਦੋਂ ਇੰਨੀਆਂ ਨੀਂਦ ਦੀਆਂ ਗੋਲੀਆਂ ਵੀ ਨਹੀਂ ਸੀ ਹੁੰਦੀਆਂ, ਪਰ ਹਕੀਮਾਂ ਕੋਲ ਨੱਸਾ ਪਏ। ਹਕੀਮ ਸਾਹਿਬ ਨੀਂਦ ਨਹੀਂ ਆਉਂਦੀ। ਹਕੀਮ ਸਾਹਿਬ ਆਪਣੀ ਅਕਲ ਸਮਝ ਦੇ ਮੁਤਾਬਕ ਉਹਨੂੰ ਸਾਰਾ ਕੁਝ ਹੀ ਦੇ ਹਟੇ, ਫੱਗਿਆਂ ਦੇ ਪੱਗੇ ਦੇ ਹਟੇ, ਉਹਨੂੰ ਨੀਂਦ ਨਾ ਆਵੇ। ਫਿਰ ਉਹ ਤੁਰ ਪਿਆ ਨਜੂਮੀਆਂ ਕੋਲ। ਯਾਰ ਕਿਸੇ ਨਜੂਮੀ ਨੂੰ ਪੁੱਛੀਏ ਵੀ ਕੀ ਹੋਇਆ। ਜਦੋਂ ਗਿਆ ਨਾ ਨਜੂਮੀ ਕੋਲ ਤੇ ਨਜੂਮੀ ਗਾੜੀਆਂ ਨੂੰ ਵੇਖ ਕੇ ਕਹਿੰਦਾ ਹੁਣ ਆ ਗਿਆ ਹੈ ਆਮਰ, ਆ ਗਿਆ ਹੈ। ਹਾਏ ਹਾਏ, ਨੀਂਦ ਨਹੀਂ ਆਉਂਦੀ। ਉਹਨਾਂ ਆਖਿਆ ਜੀ ਮੈਨੂੰ ਨੀਂਦ ਨਹੀਂ ਆਉਂਦੀ। ਉਹਨੇ ਕਿੱਡੀ ਕਲੀਅਰ ਗੱਲ ਕੀਤੀ। ਉਹ ਕਹਿਣ ਲੱਗਾ ਜਿਹੜੇ ਤੇਰੇ ਵਰਗੇ ਇਬਨੇ ਹਸ਼ਾਮ, ਸੀਰਤ ਇਬਨੇ ਹਸ਼ਾਮ 'ਚ ਸੇਮ ਲਫ਼ਜ਼ ਆ ਹੈ ਜਿਹੜਾ ਮੈਂ ਬਿਆਨ ਕੀਤਾ ਕਿ ਤੇਰੇ ਵਰਗੇ ਉਹ ਜਿਹੜੇ ਆਪਣੇ ਭਰਾਵਾਂ ਨੂੰ, ਆਪਣਿਆਂ ਸਗਿਆਂ ਭਰਾਵਾਂ ਨੂੰ ਉਹ ਜਿਹੜੇ ਨਾਹਕ ਕਤਲ ਕਰ ਦੇਣ, ਉਹਨਾਂ ਨੂੰ ਮੁੜ ਕੇ ਨੀਂਦ ਨਹੀਂ ਆਉਂਦੀ ਹੁੰਦੀ। ਹਾਏ ਹਾਏ। ਜਦੋਂ ਉਹਨੂੰ ਪਤਾ ਲੱਗਾ ਉਹ ਜਿਨ੍ਹਾਂ ਬੰਦਿਆਂ ਨੇ ਮੈਨੂੰ ਮਾਰਨ ਦਾ ਮਸ਼ਵਰਾ ਦਿੱਤਾ ਸੀ, ਉਹਨੇ ਹੌਲੀ ਹੌਲੀ ਉਹਨਾਂ ਨੂੰ ਮਰਵਾਉਣਾ ਸ਼ੁਰੂ ਕਰ ਦਿੱਤਾ। ਢੇਰ ਬੰਦੇ ਮਰਵਾਤੇ, ਹੱਤਾ ਕਿ ਜ਼ੂਰੋ ਐਨ ਤੱਕ ਪਹੁੰਚਿਆ। ਉਹਨਾਂ ਕਿਹਾ ਪਹਿਲੇ ਉਹ ਰੁੱਕਾ ਕੱਢ ਜਿਹੜਾ ਮੈਂ ਤੈਨੂੰ ਲਿਖ ਕੇ ਦਿੱਤਾ ਸੀ। ਜਦੋਂ ਰੁੱਕਾ ਲਿਖਿਆ ਉਹਦੇ ਵਿੱਚ ਲਿਖਿਆ ਸੀ ਮੈਂ ਤੈਨੂੰ ਵਸੀਅਤ ਕਰਦਾ ਹਾਂ ਕਿ ਇਹਨੂੰ ਕਤਲ ਨਾ ਕਰੀ। ਉਹਨਾਂ ਕਿਹਾ ਪੜ੍ਹ ਲੈ, ਮੈਂ ਤਾਂ ਤੈਨੂੰ ਉਦੋਂ ਵੀ ਵਸੀਅਤ ਕੀਤੀ ਸੀ, ਮੈਂ ਤਾਂ ਤੈਨੂੰ ਮਸ਼ਵਰਾ ਨਹੀਂ ਦਿੱਤਾ। ਲਾਦ ਆਏ। ਇਸ ਤੋਂ ਬਾਅਦ ਜਦੋਂ ਆਮਰ ਵੀ ਮਰਿਆ ਤੇ ਇਸ ਤੋਂ ਬਾਅਦ ਫਿਰ ਜ਼ੂ ਨਵਾਸ ਬਾਦਸ਼ਾਹ ਬਣਿਆ। ਮੈਂ ਮੁਖਤਸਰ ਅਰਜ਼ ਕਰਦਾ ਬਣਿਆ ਕਿਵੇਂ। ਬਣਨ ਦਾ ਇੱਕ ਨਿੱਘਾ ਜਿਹਾ ਵਾਕਿਆ ਬੜਾ ਅਜੀਬ ਹੈ। ਜਦੋਂ ਇਹ ਆਮਰ ਮਰਿਆ ਤੇ ਜ਼ੂ ਨਵਾਸ ਸੀਗਾ ਛੋਟਾ ਜਿਹਾ ਸ਼ਾਹੀ ਖਾਨਦਾਨ 'ਚ। ਇਹ ਜਿਹੜੇ ਖਾਨਦਾਨ ਦੇ ਬੰਦੇ ਆਉਂਦੇ ਸੀ ਇੱਕ ਦੂਏ ਦੀ ਨਸਲ ਤੋਂ ਨਸਲ, ਇਹਨਾਂ ਦਾ ਇਹ ਛੋਟਾ ਜਿਹਾ ਬੱਚਾ ਹੀ ਬਚਿਆ। ਹਸਾਨ ਅਜੇ ਜਵਾਨ ਸੀਗਾ, ਇਹ ਛੋਟਾ ਸੀਗਾ। ਇਹ ਜਦੋਂ ਛੋਟਾ ਸੀ ਤੇ ਹਕੂਮਤ ਜਿਹੜੀ ਉਹ ਖਿੱਲਰ ਪੱਤਰ ਗਈ, ਹਕੂਮਤ ਨੂੰ ਸਾਂਭਣ ਵਾਲਾ ਕੋਈ ਨਹੀਂ ਸੀ। ਟੋਟੇ ਹੋਏ ਸੀ। ਇੱਕ ਲਖਨੀਤਾ ਆਦਮੀ ਜਿਹੜਾ ਨਾ ਉਹ ਹੁਕਮਰਾਨ ਬਣਿਆ, ਜਾਲੀ ਜਿਹਾ ਹੁਕਮਰਾਨ ਕਹਿ ਲਓ, ਬਦ ਕਰਦਾਰ ਸੀਗਾ। ਬਦ ਕਰਦਾਰ ਨੂੰ ਸਮਝਦੇ ਆ, ਬਦ ਕਰਦਾਰ ਸੀਗਾ। ਉਹਨੇ ਜਿਹੜਾ ਯੂਨਵਾਸ ਸੀ ਇਤਨਾ ਹੁਸੀਨ ਬੱਚਾ ਸੀਗਾ। ਜਦੋਂ ਇਹ ਜਵਾਨ ਹੋਇਆ ਤੇ ਉਹ ਬਹਾਨੇ ਦੇ ਨਾਲ ਇਹਨੂੰ ਵੀ ਉਹਨੇ ਸੱਦਿਆ ਤੇ ਇਹਨੂੰ ਪਹਿਲੇ ਯੂਨਵਾਸ ਨੂੰ ਪਤਾ ਸੀਗਾ ਵੀ ਇਹ ਜਿਹੜਾ ਬੰਦਾ ਹੈ ਇਹ ਬਦ ਕਰਦਾਰ ਹੈ। ਉਹ ਛੁਰੀ ਕੋਲ ਇੱਕ ਲਈ ਗਿਆ ਤੇਜ਼ ਜਿਹੀ ਕਰਕੇ। ਜਦੋਂ ਲਾਗੇ ਗਿਆ ਉਹਦੀ ਗੱਲ ਹੀ ਨਹੀਂ ਸੁਣੀ। ਉਹਨੇ ਪਹਿਲੇ ਉਹਦੇ ਤੇ ਹਮਲਾ ਕੀਤਾ, ਮਾਰ ਕੇ ਟਪਾ ਕੇ ਪਰਾਂ ਰੱਖ ਦਿੱਤਾ ਤੇ ਪਿੱਛੇ ਨੂੰ ਮੁੜਿਆ। ਤੇ ਜਿਹੜੇ ਦਰਬਾਨ ਸੀ ਨਾ ਬਾਹਰ ਚੌਧਰੀ ਆ ਦਰਬਾਨ ਪਹਿਰੇਦਾਰ ਉਰਲੇ ਪਰਲੇ, ਉਹ ਕਹਿਣ ਲੱਗੇ ਯੂਨਵਾਸ ਤੇ ਸਾਨੂੰ ਦੱਸ ਜਾ ਵੀ ਤੂੰ ਖੁਸ਼ ਹੈ ਕਿ ਤਾਰੇ। ਉਹਨੇ ਆ ਗਿਆ ਝਟ ਕਿਦਾਂ ਹੀ ਪਤਾ ਲੱਗ ਹੀ ਜਾਣਾ ਹੈ। ਜਦੋਂ ਉਹਨਾਂ ਨੇ ਝਟ ਬਾਅਦ ਜਾ ਕੇ ਪਤਾ ਕੀਤਾ ਤੇ ਉਹਦੇ ਟੋਟੇ ਹੋਏ ਪਏ। ਉਸ ਤੋਂ ਬਾਅਦ ਲੋਕਾਂ ਨੇ ਆਖਿਆ ਯੂਨਵਾਸ ਤੂੰ ਸਾਡੀ ਹੁਕਮਰਾਨੀ ਦੇ ਕਾਬਲ ਹੈ, ਇੰਤਹਾਈ ਹੁਸੈਨ ਵੀ ਹੈ, ਸ਼ਾਹੀ ਖਾਨਦਾਨ ਦਾ ਵੀ ਹੈ ਤੇ ਦਲੇਰ ਵੀ ਹੈ, ਇਸ ਵਾਸਤੇ ਤੂੰ ਸਾਡਾ ਹੁਕਮਰਾਨ ਹੈ। ਇਹ ਫਿਰ ਇਹ ਬਾਦਸ਼ਾਹ ਬਣਿਆ। ਜਦੋਂ ਯੂਨਵਾਸ ਬਾਦਸ਼ਾਹ ਬਣਿਆ ਇੱਥੋਂ ਗਾੜੀ ਫਿਰ ਗਾੜੀਆ ਬਰਾ ਦਾ ਪੈਂਡਾ ਹੁਣ ਨੇੜੇ ਹੀ ਰਹਿ ਗਿਆ। ਹੌਸਲਾ ਰੱਖਣਾ। ਯੂਨਵਾਸ ਨੇ ਬਾਦਸ਼ਾਹ ਜਿਸ ਵੇਲੇ ਬਣਿਆ ਤੇ ਇਹਨੇ ਹਕੂਮਤ ਆਪਣੀ ਲੈ ਕੇ ਹਕੂਮਤ ਨੂੰ ਚਲਾਉਣ ਦੇ ਬਦਲੇ ਜਦੋਂ ਕੋਸ਼ਿਸ਼ ਕੀਤੀ ਤੇ ਇੱਥੇ ਯਹੂਦੀਅਤ ਦਾ ਜਿਹੜਾ ਅਰੂਜ ਸੀਗਾ, ਕਿਉਂਕਿ ਪਹਿਲੇ ਯਹੂਦੀ ਕਾਬਲ ਸੀਗੇ, ਯਹੂਦੀਆਂ ਦਾ ਇਹ ਮੁਲਕ ਸੀਗਾ, ਇਹੋ ਹੀ ਕਾਬਲ ਬਣੇ। ਕਰਦਿਆਂ ਇੱਕ ਫਿਮਿਊਨ ਈਸਾਈ ਨਾਮੀ ਆਦਮੀ ਜਿਸ ਵੇਲੇ ਉਹ ਵੀ ਬਹੁਤ ਅਹਿਲੇ ਕਹਿ ਲਓ ਪਈ ਕਰਾਮਤ ਸੀਗਾ,
ਉਹ ਸਫ਼ਰ ਕਰਦਿਆਂ ਜਿੱਥੇ ਉਹ ਜਾਂਦਾ ਸੀ, ਜਦੋਂ ਮਸ਼ਹੂਰ ਹੁੰਦਾ ਸੀ ਤੇ ਗਾਲਲੇ ਪਾਸੇ ਉਤੋਂ ਸਫ਼ਰ ਜਾਰੀ ਕਰ ਦਿੰਦਾ ਸੀ। ਜਦੋਂ ਫਿਰ ਉੱਥੇ ਰਹਿੰਦਾ ਸੀ, ਜਦੋਂ ਮਸ਼ਹੂਰ ਹੁੰਦਾ ਸੀ। ਹੁਣ ਤਾਂ ਬੰਦੇ ਆਪਣੀ ਮਸ਼ਹੂਰੀ ਕਰਾਉਣ ਵਾਲੇ ਬੜੇ ਬੜੇ ਪੰਫਲੇਟ ਛਾਪਦੇ ਆ, ਬੜੇ ਬੜੇ ਇਸ਼ਤਿਹਾਰ ਦਿੰਦੇ ਆ, ਬੜੇ ਬੜੇ ਸ਼ਹਿਰਾਂ ਦੇ ਚੌਕਾਂ ਦੇ ਵਿੱਚ ਬੋਰਡ ਲਾ ਦਿੰਦੇ, ਉੱਤੇ ਲਿਖਦੇ ਸੂਫੀ ਫਲਾਨਾ। ਜਦੋਂ ਲੋਕਾਂ ਨੂੰ ਪਤਾ ਲੱਗਦਾ ਸੀਗਾ ਤੇ ਉਦੋਂ ਉਹ ਇੱਥੋਂ ਨਿਕਲ ਜਾਂਦਾ ਸੀ। ਕਰਦਿਆਂ ਕਰਦਿਆਂ ਇਸ ਥਾਂ ਤੱਕ ਆ ਗਿਆ। ਇੱਥੇ ਦੇ ਲੋਕ ਜਿਹੜੇ ਸੀ ਉਹ ਕੀ ਕਰਦੇ ਸੀ ਵੀ ਜਾਦੂਗਰੀ ਦੇ ਬੜੇ ਸ਼ੌਕੀਨ ਸੀ। ਤੁਸੀਂ ਦੇਖਦੇ ਤਦੇ ਨਬੀ ਅਲੈਹਿਸ ਸਲਾਮ ਨੂੰ ਜਾਦੂਗਰ ਕਹਿੰਦੇ ਸੀ। ਜਾਦੂ ਦਾ ਬੜਾ ਰਿਵਾਜ਼ ਸੀ। ਨਬੀ ਅਲੈਹਿਸ ਸਲਾਮ ਤੇ ਵੀ ਜਾਦੂ ਕੀਤਾ। ਜਾਦੂ ਦਾ ਆਮ ਰਸਮ ਰਿਵਾਜ਼ ਸੀ ਵੀ ਜਾਦੂ ਸਿੱਖੋ ਤਾਂ ਦੁਨੀਆਂ ਤੇ ਜਾਦੂ ਕਰੋ। ਜਾਦੂ ਕਰਾਉਣ ਦੇ ਬੜੇ ਕਾਇਲ ਸੀਗੇ। ਇੱਕ ਮਸ਼ਹੂਰ ਜਾਦੂਗਰ ਸੀਗਾ। ਇਹ ਕਰਦਿਆਂ ਇੱਥੇ ਆ ਗਿਆ ਨੇੜੇ ਨਜਰਾਨ ਦੇ ਕਰੀਬ। ਇੱਥੇ ਆ ਕੇ ਇੱਕ ਘਰ ਦੇ ਵਿੱਚ ਰਹਿਣ ਲੱਗ ਪਿਆ। ਉਹ ਇੱਕ ਘਰ ਦਾ ਬੰਦੇ ਨੇ ਆਖਿਆ, ਯਾਰ ਤੂੰ ਮੁਸਾਫਰ ਹੈ, ਮੇਰੇ ਕੋਲ ਰਹੋ। ਅੱਛੇ ਬੰਦੇ ਇੱਦਾਂ ਦੇ ਵੀ ਹੁੰਦੇ ਆ। ਉਹਨਾਂ ਆਖਿਆ ਚਲੋ ਮੈਂ ਕਦੀ ਕਿਸੇ ਕੋਲ ਰਿਹਾ ਨਹੀਂ, ਪਰ ਚਲੋ ਮੈਂ ਤੇਰੇ ਕੋਲ ਰਹਿ ਪੈਂਦਾ। ਮੈਂ ਤਾਂ ਬਾਹਰ ਹੀ ਕਿਤੇ ਬਹਿ ਬੂਲ ਕੇ ਵਕਤ ਆਪਣਾ ਸਾਰ ਲੈਣਾ ਹੁੰਦਾ। ਨਹੀਂ, ਉਹਨਾਂ ਆਖਿਆ ਤੂੰ ਮੇਰੇ ਕੋਲ ਰਹੋ। ਰਾਤ ਨੂੰ ਉੱਥੇ ਰਿਹਾ ਤੇ ਉਹ ਰਾਤ ਨੂੰ ਜਿਸ ਵੇਲੇ ਉੱਠ ਕੇ ਤੇ ਇਬਾਦਤ ਕਰੇ ਤੇ ਉਹ ਕਮਰਾ ਜਿਹੜਾ ਉਹ ਰੋਸ਼ਨ, ਉਹਨੂੰ ਕਿਤੇ ਪਿਸ਼ਾਬ ਆਇਆ। ਉੱਠਿਆ, ਉਹਨੇ ਆਖਿਆ ਕਮਰੇ 'ਚ ਇੰਨੀ ਜ਼ਿਆਦਾ ਲੋਕ ਕਿਵੇਂ ਬਈ? ਸਾਡੇ ਤੇ ਇੱਕ ਨਿੱਕੀ ਜੀ ਉਹ ਬੱਤੀ ਹੁੰਦੀ ਨਾ, ਤੇਲ ਵਾਲਾ, ਸਰੋਂ ਦੇ ਤੇਲ ਵਾਲਾ ਦੀਵਾ ਜਿਹਦੇ 'ਚ ਰੂੰ ਦੀ ਬੱਤੀ ਹੁੰਦੀ ਹੈ। ਇੱਥੇ ਤਾਂ ਮਸੀਂ ਉਹ ਹੁੰਦੀ ਤੇ ਇਹ ਏਡੀ ਲੋਕ ਕਿਵੇਂ? ਉਹਨੇ ਜਿਸ ਵੇਲੇ ਅੰਦਰ ਵੇਖਿਆ ਤੇ ਉਹ ਖੜਾ ਨਮਾਜ਼ ਪੜ੍ਹੇ ਤਾਂ ਅੰਦਰ ਲਾਈਟ ਬੜੀ। ਉਹਨੇ ਦਿਨੇ ਉਹਨੂੰ ਪੁੱਛਿਆ, ਉਹਨੇ ਆਖਿਆ ਵੀ ਮੈਂ ਰਾਤੀ ਫਿਮਿਊਨ ਇੱਦਾਂ ਵੇਖਿਆ। ਉਹਨੇ ਆਖਿਆ ਇਹ ਅੱਲਾ ਦਾ ਕਮਾਲ ਹੈ, ਮੇਰਾ ਕੋਈ ਕਮਾਲ ਨਹੀਂ। ਉਹਨੇ ਆਖਿਆ ਅੱਲਾ ਦਾ? ਉਹਨੇ ਆਖਿਆ ਇਹ ਅੱਲਾ ਦਾ। ਉਹਨੇ ਆਖਿਆ ਅੱਲਾ ਕੌਣ ਹੈ? ਹਾਏ ਹਾਏ ਹਾਏ, ਵਾਹ ਮੁਸ਼ਰਕਾ। ਉਹਨੇ ਆਖਿਆ ਅੱਲਾ ਉਹ ਹੈ ਜਿਹੜਾ ਪੂਰੀ ਕਾਇਨਾਤ ਦਾ ਮਾਲਕ ਹੈ। ਜਿਸ ਖਜੂਰ ਦੇ ਦਰਖਤ ਦੀ, ਉਹ ਇੱਕ ਖਜੂਰ ਦੇ ਦਰਖਤ ਦੀ ਪੂਜਾ ਕਰਦਾ ਸੀ। ਅਜੇ ਵੀ ਕਈ ਬੰਦੇ ਬਾਹਰ ਚੱਲ ਜਾਓ, ਵੱਡਾ ਦਰਖਤ ਜਿਹੜਾ ਦੇਖਿਆ ਉਹਦੇ ਉੱਤੇ ਝੰਡਾ ਲੱਗਾ ਹੁੰਦਾ, ਥੱਲੇ ਦੀਵਾ ਬਾਲਿਆ ਹੁੰਦਾ। ਉੱਥੇ ਵੀ ਜੁਮੇਰਾਤ ਨੂੰ ਬੜੇ ਚੜਾਵੇ ਚੜ੍ਹਦੇ ਵੀ ਇਹ ਸਾਡਾ ਬਜ਼ੁਰਗ ਹੈ। ਉਹ ਇੱਕ ਖਜੂਰ ਦਾ ਬੜਾ ਵੱਡਾ ਦਰਖਤ, ਉਹਦੀ ਉਹ ਪੂਜਾ ਕਰਦਾ ਹੁੰਦਾ ਸੀ। ਉਹਨੇ ਆਖਿਆ ਵੀ ਇਹ ਜਿਸ ਦਰਖਤ ਦੀ ਤੂੰ ਪੂਜਾ ਕਰਦਾ ਹੈ ਨਾ, ਇਸ ਦਰਖਤ ਨੂੰ ਪੈਦਾ ਕਰਨ ਵਾਲਾ ਵੀ ਮੇਰਾ ਅੱਲਾ ਹੈ। ਉਹਨਾਂ ਆਖਿਆ ਅੱਛਾ, ਜੇ ਪੈਦਾ ਕਰਨ ਵਾਲਾ ਅੱਲਾ ਤੇ ਫਿਰ ਅੱਲਾ ਇਹਨੂੰ ਤਬਾਹ ਵੀ ਕਰ ਸਕਦਾ? ਉਹਨਾਂ ਆਖਿਆ ਹਾਂ, ਮੇਰਾ ਅੱਲਾ ਇਹਨੂੰ ਤਬਾਹ ਕਰ ਸਕਦਾ। ਉਹਨਾਂ ਆਖਿਆ ਫਿਰ ਕਹੋ ਆਪਣੇ ਅੱਲਾ ਨੂੰ ਇਹਨੂੰ ਤਬਾਹ ਕਰਦਾ। ਉਹ ਮੁਸ਼ਰਕ ਦਾ ਈਮਾਨ ਤਾਂ ਫਿਰ ਇੰਝ ਹੀ ਹੁੰਦਾ ਹੈ ਨਾ ਭਈ ਇਹ ਸਾਡਾ ਜੋ ਰੱਬ ਹੈ ਤੇ ਇਹਨੂੰ ਕੋਈ ਕੁਛ ਨਹੀਂ ਕਰਦਾ, ਤੇ ਸਾਨੂੰ ਫਾਇਦੇ ਦਿੰਦਾ, ਇਹਨੂੰ ਕਿਸੇ ਨੇ ਕੀ ਕਰਨਾ? ਹੁਣ ਉਹਦਾ ਦਿਲ ਇਹ ਗੱਲ ਕਹਿੰਦਾ ਵੀ ਇਹ ਖਜੂਰ ਦੇ ਦਰਖਤ ਨੂੰ ਇਹਦੇ ਨਾਲੋਂ ਵੱਡੀ ਪਾਵਰ ਵਾਲਾ ਤਾਂ ਹੈ ਹੀ ਕੋਈ ਨਹੀਂਗਾ। ਉਹਨਾਂ ਕਿਹਾ ਇੱਧਰ ਹੋ ਕੇ ਜਰਾ ਬਹਿ ਤੇ ਹੁਣ ਫਿਰ ਵੇਖ ਇਹਦੇ ਵੱਲ ਨੂੰ। ਮੈਂ ਹੁਣ ਆਪਣੇ ਰੱਬ ਨੂੰ ਕਹਿੰਦਾ ਤੇ ਮੇਰਾ ਰੱਬ ਉਹ ਹੈ ਜਿਹੜਾ ਕਾਇਨਾਤ ਨੂੰ ਪੜਾਉਣ ਵਾਲਾ ਹੈ ਤੇ ਕੱਲਾ ਤਨਹਾ, ਉਹਦੇ ਨਾਲ ਮਸ਼ਾਵਰ ਦੀ ਸਲਾਹਗੀਰ ਵੀ ਕੋਈ ਨਹੀਂ। ਵੇਖੋ ਦੀ ਕਰਾਮਾਤ। ਉਹਨੇ ਆਖਿਆ ਮੇਰੇ ਅੱਲਾ ਆ ਦਰਖਤ ਤੇਰਾ ਬਣਾਇਆ ਤੇ ਆ ਕਹਿੰਦਾ ਇਹ ਪੱਟਿਆ ਨਹੀਂ ਜਾਂਦਾ। ਆਏ ਹਾਏ, ਇਧਰੋਂ ਉੱਠੀ ਕਾਲੀ ਹਨੇਰੀ। ਉਹਨਾਂ ਕਿਹਾ ਇਹ ਦਰਖਤ ਤੇ ਦਰਕਨਾਰ, ਇਹ ਦਰਖਤ ਤੇ ਕੁਝ ਵੀ ਨਹੀਂ। ਮੈਂ ਤੇ ਦਰਖਤ ਜਿਹੜਾ ਇਹ ਮਾਲਕ ਹੈ ਤੇ ਬੂਹੇ ਬਾਏ ਪੱਟ ਕੇ ਲੈ ਜਾਵਾਂ। ਹਨੇਰੀ ਚੱਲੀ, ਕਮਾਲ ਇਹ ਹੋਇਆ ਕਿ ਉਸ ਦਰਖਤ ਨੂੰ ਜਿਹੜਾ ਤੋਂ ਪੱਟ ਕੇ ਤੇ ਲੈ ਗਈ ਤੇ ਬਾਕੀ ਕਿਸੇ ਦਾ ਵਾਲ ਵਿੰਗਾ ਨਹੀਂ ਹੋਇਆ। ਅੱਲਾਹੁ ਅਕਬਰ। ਉਹ ਫੌਰਨ ਉਹਨੇ ਰੱਬ ਦਾ, ਉਹਨੇ ਇਹ ਇਸਲਾਮ ਕਬੂਲ ਕੀਤਾ। ਇਸ ਈਸਾਈਅਤ ਮਜ਼ਹਬ ਦੇ ਉੱਤੇ ਫਿਮਿਊਨ ਜਿਹੜਾ ਸੀ ਇਹ ਈਸਾਈਅਤ ਮਜ਼ਹਬ ਤੇ ਸੀ। ਜਿਹੜੇ ਜਾਦੂਗਰਾਂ ਦਾ ਲੜਕਾ ਘੱਲਿਆ, ਇਧਰੋਂ ਅਬਦੁੱਲਾ ਬਿਨ ਸਾਮਰ, ਇਹ ਵੀ ਬੱਚੇ ਨੂੰ ਇਹਦੇ ਬਾਪ ਨੇ ਘੱਲਿਆ ਵੀ ਜਾ ਬਈ ਤੂੰ ਵੀ ਜਾਦੂ ਸਿੱਖ ਕੇ ਆਉਣਾ ਹੈ। ਇਹ ਜਿਸ ਵੇਲੇ ਉਹਦੇ ਡੇਰੇ ਦੇ ਲਾਗਿਓਂ ਦੀ ਲੰਘਿਆ ਨਾ, ਇਹਨੇ ਵੇਖਿਆ ਵੀ ਇਹ ਹੋਰ ਤਰ੍ਹਾਂ ਕਰਦਾ ਹੈ। ਉਹ ਜਾਦੂਗਰ ਹੋਰ ਤਰ੍ਹਾਂ ਸਿਖਾਉਂਦਾ, ਉਹ ਵੀ ਜਾਦੂ ਹੈ, ਲੇਕਿਨ ਇਹ ਕੋਈ ਗੱਲਾਂ ਹੋਰ ਤਰ੍ਹਾਂ ਕਰਦਾ ਹੈ। ਉਹਦੇ ਕੋਲ ਝੱਟ ਕੇ ਬਹਿ ਗਿਆ। ਲਵਾ ਮੁੰਡਾ ਸੀ, ਲਵਾ ਖੂਨ ਸੀ, ਜ਼ਹੀਨ ਆਦਮੀ ਸੀਗਾ। ਉਹਨੂੰ ਪੁੱਛਣ ਲੱਗਾ ਫਿਮਿਊਨ ਤੂੰ ਕਿੱਧਰ ਜਾਣਾ? ਉਹਨੇ ਆਖਿਆ ਮੈਂ ਫਲਾਣੇ ਜਾਦੂਗਰ ਦੇ ਕੋਲ ਜਾਣਾ, ਉਹਨਾਂ ਦੇ ਜਾਦੂ ਸਿੱਖਣ ਜਾਣਾ ਹੈ। ਉਹਨੇ ਆਖਿਆ ਲੈ ਤੈਨੂੰ ਮੈਂ ਐਡਾ ਵੱਡਾ ਜਾਦੂ ਦੱਸਣਾ ਜਿਹੜਾ ਪੂਰੀ ਦੁਨੀਆ ਦੇ ਉੱਤੇ ਹੈ ਵੀ ਹੈ। ਜੋ ਤੂੰ ਆਪਣੇ ਰੱਬ ਨੂੰ ਕਹੇਗਾ ਰੱਬ ਕਰੂਗਾ। ਉਹਨੇ ਉਹਨੂੰ ਤੌਹੀਦ ਦਾ ਦਰਸ ਦਿੱਤਾ। ਥੋੜ੍ਹੇ ਹੀ ਦਿਨ ਟੱਪੇ, ਉਹਨੂੰ ਤੌਹੀਦ ਦਾ ਦਰਸ ਉਹਨੂੰ ਇੱਥਾ ਮਿਲਿਆ। ਉਹ ਕਹਿੰਦਾ ਕਿ ਜਦੋਂ ਮੈਨੂੰ, ਹੁਣ ਉਹਨੇ ਆਪਣੀ ਜ਼ੁਬਾਨੀ ਅੱਗੇ ਕਿੱਸਾ ਥੋੜ੍ਹਾ ਜਿਹਾ ਬਿਆਨ ਕੀਤਾ, ਕਹਿੰਦਾ ਜਦੋਂ ਮੈਨੂੰ ਸਾਰਾ ਕੁਝ ਉਹਨੇ ਸਿਖਾ ਲਿਆ
تو میں انہوں آکھیا بزرگا آ جڑا اسم اعظم ہے مینوں یہ تے دس یہ تو کردا ہے تو پھر جو تو کہنا وہ ہوندا ہے۔ ایک اسم اعظم ہے بڑا نام اللہ دا لے کے جڑی بھی دعا کرو قبول ہوندی ہے۔ انہیں آگیا پہ اچھا میں تین دسوں گا وہ دسے نہ تو انہیں آپ پہ جڑا نہ تیرانوں کار کور کے جڑے سٹیا دے اللہ تعالیٰ نے انہوں اسم اعظم داتا وہ بندہ جنہوں بھی پھوک ماریا کرے انہوں رام آ جا کرے۔ اسے ہی جدو وہ بچہ اتھے آ کے زو نواز دے ملک دے وے جنہیں بمارانو شفا ہون لگی آرام ہون لگا انہیں نو جڑا انہوں بھی اکھاں ہو گئیاں۔ میں مختصر عرض کراں وقت دے پیش نظر سارے نو جدو لو ہوئی آرام آؤں گیا وہ دی مشہوری ہو گئی وہ ایک گل پہلے کر لیا کرے پہ جے تینوں آرام آ گیا تو عیسائیت قبول کرنی ہوگی۔ لیکن انہاں چنوں یہ بھی سی کہ جڑے یہودی سگے وہ بھی تھی اپنے اصل دین تے نہیں سی رہ گئے وہ عالم فوت ہو گئے نسل در نسل گاڑ لے آئے پھر انجی جشن مناؤں لگ پائے ویکھیا کدی جشن مناؤں دے ویکھیا نبی دی وفات دے اتے 12 ربیع الاول یوم وفات نبی علیہ السلام اس دن فوت ہوئے چاشت دے ویلے جدوں دسک دا ٹائم ہوندا اس ویلے ساڑھے سامنے اللہ تبارک و تعالیٰ نے 2 ہستیاں رکھیاں اے نمونہ بطور نمونہ ایک آیت میں پڑھا لگا میں یشاقق الرسول من بعد ما تبین لہ الہدی ویتبع غیر سبیل المؤمنین نولیہ ما تولی وَنُصْلِهِ جہنم وَسَاءَتْ مَصِیرًا سارے ہی کہندے اسی قرآن نو ماننے ہیں۔ اللہ تعالیٰ فرماؤندا کہ جس بندے نے بھی میرے رسول دے کام خلاف کیتا اور وَيَتَّبِعْ غَيْرَ سَبِيلِ الْمُؤْمِنِينَ جڑی مومنین دی جماعت ہے انہاں دا راہ چھڈ کے وہ ہو راہ دے اتے پہ گیا نُصْلِهِ جہنم یاد رکھیو میرے کو ہونا واسطے جہنم ہے۔ ایک جماعت دی رب نے گارنٹی دیتی کیوں دیتی کہ اس جماعت نے شیطان دی بات دا انکار کیتا اور رحمان دی بات منی جدو شیطان دی دا انکار کر کے رحمان دی منی تو رحمان نے کیا کہ اللہ قد رضی اللہ عنہم ورضوا عنہ اولئک حزب اللہ الا حزب اللہ هم المفلحون یہ اللہ دی جماعت ہے۔ اللہ تعالیٰ نے انہوں نے اپنی جماعت آکیا اور نبی علیہ السلام نے وصیت کی تھی کہ اس جماعت دے نار رہنا اس جماعت دے نار رہنا۔ 10 سال پہلے ایک بندہ میں نو کہن لگا انہوں میں کہا یار ہے تُسی کیوں مناؤں دے ہو وہ کہن لگے جی تُسی جو من دے ہی نہیں تُسی دے تھے انڈیا دے وچوں اے تاڑا مسلک توریا مڈ دے تو تُسی ہے ہی نہیں گے۔ میں کہا چلو آپ موڑ دے چل دے ہیں موڑ چل دے ہیں موڑ دے چلو پورے صحابہ جو کسی نے یہ کام کیتا ہوئے تو چلو دا دیو موڑ دے پھر صحابہ ہی ہے نا۔ اللہ اکبر جیدی گارنٹی دیتی جنہوں ساڑھے سامنے نمونہ پیش کیتا اور اللہ دے نبی نے اس آیت دی تفسیر بیان کیتی اپنی زبان نال تو اللہ دے نبی نے فرمایا لوگوں سنو میری امت دے 73 فرقے ہو جانے 73 ایک کوئی میرا ہونا باقی شیطان دے ہونے ہیں ایک میرا ایک اللہ دا ایک رحمان دا باقی سارے شیطان دے ہونے ہیں۔ اللہ دا اے ہوئی جیڑا مانا لے وا صحابی جیدے تے میں دا میرے صحابہ اے ہوئی جیڑے اسے دے نہ رہے اتھے ہی رہے او اللہ دے تے اللہ دی جیڑی جماعت ہے وہ کامیاب ہے وہ فلاح پاؤن والی ہے۔ ایک کوئی ماں نہ لے وا صحابی انہوں نے کہہ دا نا نہیں لیا مڈ دے چل چلو مڈ کی ہویا کسے نے ایسا کام نہیں کیتا۔ آئیے حسن و حسین نالوں زیادہ چلو فاطمہ فوت ہو گئیاں جرا دسو پورے صحابہ نالوں ود کے کائنات دے اتے یہ گل لگی بڑی گل ہے کہ کسے نو بھی محمد رسول اللہ نال محبت نہیں پاویں تسی ہو تو پاویں میں صحابہ نالوں ود کے پھر حسن و حسین حیات ہے حسن و حسین نے کدی یہ کام کیتا ہوئے کسے نے نہیں کیتا۔ آئیے پھر مڈو چلو پھر ویکھ لو فیصلہ تے دنیا تے ہویا پیا ہے حق کی ہے تے باطل کی ہے جنتی جہنم دا فیصلہ تو ہویا پیا ہے جیڑا بھی
अल्लाह के प्यारे पैगंबर ने फरमाया और लोगों मैं वसीयत करदा है कि इस जमात के नाल रहो जिहड़ी अल्लाह की जमात है। हाँ उलाए अल्लाह ताला फरमाया, फिर नबी अलैहिस्सलाम ने फरमाया यदुल्लाह अलल जमात, ये जमात के उत्ते अल्लाह का हाथ है क़यामत तक ये जमात इस तरह कायम रहेगी। और ये भी फरमाया कायम रहेगी क़यामत तक, हत्ता जा सात, हत्ता के क़यामत आ जाएगी। फौत होंदे जाणगे होर इस जमात शामिल होंदे जाणगे, और अगले फौत होंदे जाणगे इसे जमात शामिल होंदे जाणगे। ये जमात इसे तरह ही जिमें अज जमात है, अल्लाह के पैगंबर ने फरमाया सुन लो मेरी पेशीन गोई। नबी अलैहिस्सलाम ने पेशीन गोई दी कि क़यामत आ जाएगी, ये जमात इस तरह ही कायम रहेगी। ये जड़ा दीन मैं छड्या ये दीन इस तरह ही कायम रहेगा। एक जमात इस दीन नूं लई फिरेगी। आइए एक मैनू हदीस, वक़्त भी थोड़ा रह गया, हदीस याद आई है। इबने कसीर ने भी इनू तफसीर इबने कसीर च भी लिखिया लायो मैनू ना बिल गैब दे विच। नबी अलैहिस्सलाम ने पूछा मेरे सहाबियो मैनू दसो, मेरे सहाबियो मैनू दसो सब तो आला ईमान किहदा है। साहबा हुण कहण लगे भी बदर वालियां दा ही हो सकदा जिहड़े मैदाने बदर च लड़े। किसी ने सोचा ओहद वाले हो सकते हैं। फरमाया जी बदर वालियां दा, फरमाया नहीं। ओहद वालियां दा, फरमाया नहीं। फिर अल्लाह के नबी किहना दा होगा? उन्होंने आख्या सुनो, मेरे नबी ने फरमाया सुनो ओहद वालियां ने भी मैनू वेखिया, बदर वालियां ने भी मैनू वेखिया, अपनियां अखां नाल वेखिया ते मेरे ते वही आउंदी भी वेखी। उन्हां दे हुंदियां मेरे ते वही आई, उन्होंने वही आउंदी भी वेखी, उन्होंने मैनू भी वेखिया, उन्होंने नाज़िल हुंदा भी वेखिया। इन्हां दा ईमान किवें? सुनो मेरे तो बाद जदों मैं दुनिया ते नहीं होना, मेरे तो बाद जिहड़े होने हैं इस दीन दे उत्ते ये दीन कायम रहेगा, इसे जमात शामिल हुंदे रहणगे। और उन्हां दे कोल सिर्फ दो गतियां दा नाम लिया। प्यारे पैगंबर ने दो गतियां का नाम लिया कि दो गतियां के दरम्यान उन्हां कोल मेरा पैगाम पहुँचेगा। मेरे सहाबियो वो जिवें तुसीं मनदे हो मेरे फरमान नूं उदण इदां मनणगे। सब तो आला ईमान उन्हां दा होवेगा। हज़रत अब्दुल्ला इब्ने मसूद रज़ी अल्लाह ताला अन्हु को बंदे आए, उन्हें आख्या हज़रत जी फलां गल इदां होई, फलां इदां होई। मशकात शरीफ दे बाब सुन्नत अंदर ये वाक़या अब्दुल्ला इब्ने मसूद ने कैसी बात कही, अल्लाह अकबर, कैसी बात कही। हाला सहाबी है, अजीम सहाबी है, शुरू दा सहाबी है। अल्लाह अकबर। कहन लगे लोगों सुनो, और जेड़े फौत हो गए है, जेड़े दुनिया तो जा चुके हैं, उन्हां दे तरीके ते चलो। उन्हां दा तरीका की सी? वो फितने तो महफूज ने, और जेड़े जिंदा है वो फितने तो महफूज नहीं। तुसी वेखो ये सहाबी बयान करदा जेड़े सहाबा फौत हो चुके। मैना उहदा ये है कि जेड़े सहाबा फौत हो चुके हैं उन्हां दा तरीका वेखो किवें करदे सी। अल्लाह के प्यारे पैगंबर ने फरमाया जदों मन अहब्बा सुन्नती फ़क़द अहब्बानी, जिसने मेरी सुन्नत ते मेरे तरीके ते अमल किया वो मेरे नाल होवेगा। सहाबा इतने अजीम सन कि सहाबा की गारंटी नबी अलैहिस्सलाम ने दी। नबी अलैहिस्सलाम दे वक़्त ख़त्म हो गया, बातां बहुत सगियां। नबी अलैहिस्सलाम ने फरमाया कि जिस भी बंदे ने इस दीन की हिफाजत की, इस दीन ते कायम रहा, जिस वेले किसी बंदे नूं ये सुन्नत का पता ना होवे, सुन्नत मिट चुकी होवे, जेड़ा बंदा मेरी उस सुन्नत नूं उस तरीके नूं उजागर करेगा, जिंदा करेगा, उस वेले मेरी सुन्नत ते अमल करेगा। जदों सुन्नत का दुश्मन होणगे, सुन्नत का नां ना लैण देणगे, उस वेले जेड़ा सुन्नत ते अमल करेगा मैं पैगंबर उन्होंने इदा अजर अल्लाह मैं पैगंबर पैशीन कोई दिना वा गारंटी नाल कि अल्लाह ताला इन्ना अजर देगा कि जिस तरह एक आदमी शहीद होया, अल्लाह की राह के उत्ते शहीद होया, वो फिर जिंदा होया, अल्लाह ने फिर किया, फिर अल्लाह के दीन की खातर लड़ता होया,
وہ پھر شہید ہویا، اللہ نے اس کو پھر زندہ کیتا، 100 بار اللہ نے زندہ کیتا، وہ 100 بار اللہ دے دین دی خاطر لڑدا ہویا شہید ہویا، انہوں انہا اجر ہوئے گا جیڑا یہ وہ سنت دے اتے عمل کر جائے گا جدن سنت دا نہ لین دین گے۔ میرے دوستو فیصلہ تو دنیا تے ہویا پیا ہے کہ جدو صحابہ دی جماعت نو چھڑ دیتا، ساڈے پیغمبر نے صاف فرمایا شجع شجع فی النار، یہ مشکاش دے دی حدیث ہے جامعہ ترمذی دی، کہ جس آدمی نے اس جماعت نو چھڑ دیتا، اس جماعت نو او جہنم چ ڈگ پیا، کیونکہ نبی علیہ الصلوۃ والسلام نے ایک خط کھچیا، ایک لمبی لکیر آلد والے ہور لکیراں کھینچ دیتیاں، کھینچ کے تو فرمایا ھذا صراط مستقیما فاتبعوہ ولا تتبعوا السبل، اے اللہ دی سیدھی راہ ہے، کسے ہور راہ دے اتے نہ پہ جائے ہو، کیونکہ ہور ہر راہ دے اتے اللہ کل سبیلیں شیطان یادو الہی، ہر راہ دے اتے ایک شیطان ہے جڑا تانوں اپنی طرف بلاوندا، ایک راہ اللہ دیئے، باقی ساریاں راہاں شیطان دیاں ہیں، باقی ساریاں جماعتاں شیطان دیاں ہیں، ایک ہی جماعت رحمان دی ہے جڑی صحابہ دی جماعت ہے، یہ دے نار رہو گے تسی صحابہ، تسی اللہ دی جماعت رہو گے، پھر اللہ دی جماعت جتھے جائے گی اتھے تسی چلے جاؤ گے، وما لینا الا البلاغ المبین۔ وقت دے لو شاہ جی، تجھے 2 منٹ کہتے جو اوپر ہو جانے ہیں، لیٹ آ جی۔ الحمدللہ الحمدللہ نحمدہ ونستعینہ ونستغفرہ ونؤمن بہ ونتوکل علیہ ونعوذ باللہ من شرور انفسنا ومن سیئات اعمالنا من یہدہ اللہ فلا مضل لہ ومن یضلل فلا ہادی لہ ونشہد ان لا الہ الا اللہ وحدہ لا شریک لہ واشہد ان محمدا عبدہ ورسولہ اما بعد فإن خیر الحدیث کتاب اللہ وخیر الہدی ہدی محمد صلی اللہ علیہ وآلہ وسلم وشر الامور محدثاتها وکل محدثات بدعہ کل بدعات ضلالہ وکل ضلالۃ فی النار۔ اللہم صلی علی محمد وعلی آل محمد کما صلیت علی ابراہیم وعلی آل ابراہیم انکا حمید مجید۔ اللہم بارک علی محمد وعلی آل محمد کما بارکت علی ابراہیم وعلی آل ابراہیم انکا حمید مجید۔ اللہم بارک علی محمد وعلی آل محمد کما بارکت علی ابراہیم وعلی آل ابراہیم انکا حمید مجید۔ اما بعد فاعوذ باللہ من الشیطان الرجیم، بسم اللہ الرحمن الرحیم۔ یا ایھا الذین آمنوا اذا نودی للصلاۃ من یوم الجمعۃ فاسعوا الی ذکر اللہ وذروا البیع ذلکم خیر لکم ان کنتم تعلمون۔ سبحان ربک رب العزۃ عما یصفون وسلام علی المرسلین والحمد للہ رب العالمین۔